ਇਹ ਜੋ ਸਵਾਲ ਲਿਖਿਆ ਹੈ, ਆਤਮਾ, ਚੇਤਨਾ ਤੇ ਮਨ ਵਿੱਚ ਕੀ ਫਰਕ ਹੈ? ਇਹ ਕਿਉਂ ਕਿਹਾ ਜਾਂਦਾ ਹੈ ਕਿ ਮਰਨ ਤੋਂ ਬਾਅਦ ਵੀ ਵਾਸ਼ਨਾ ਤੋਂ ਮੁਕਤੀ ਨਹੀਂ ਹੁੰਦੀ, ਜਦ ਕਿ ਬੁੱਧੀ ਜੋ ਸਰੀਰ ਦਾ ਹਿੱਸਾ ਹੈ, ਸਰੀਰ ਨਾਲ ਹੀ ਮਿੱਟੀ ਹੋ ਜਾਂਦੀ ਹੈ। ਆਤਮਾ ਅਤੇ ਚੇਤਨਾ ਦੇ ਵਿੱਚ ਕੋਈ ਫਰਕ ਨਹੀਂ ਹੈ, ਸਿਰਫ ਸ਼ਬਦ ਹੀ ਅਲੱਗ-ਅਲੱਗ ਹੈ। ਇੱਕੋ ਹੀ ਗੱਲ ਨੂੰ ਕਈ ਢੰਗ ਦੇ ਨਾਲ ਕਿਹਾ ਹੋਇਆ ਹੈ। ਪਰ ਮਨ ਦੇ ਸੰਬੰਧ ਵਿੱਚ ਥੋੜ੍ਹਾ ਸਮਝਣਾ ਹੈ ਕਿ ਮਨ ਪੈਦਾ ਕਿਵੇਂ ਹੁੰਦਾ ਹੈ। ਮਨ ਪੈਦਾ ਹੁੰਦਾ ਹੈ ਤਾਦਾਤਮ ਨਾਲ। ਜਿਵੇਂ ਇੱਕ ਰੂਮ ਦੇ ਅੰਦਰ, ਕਮਰੇ ਦੇ ਅੰਦਰ ਇੱਕ ਦੀਵਾ ਜਗਦਾ ਹੋਵੇ ਤੇ ਦੀਵੇ ਦੀ ਲੌ ਜਿਹੜੀ ਹੈ, ਦੀਵੇ ਦਾ ਪ੍ਰਕਾਸ਼, ਉਹ ਸਾਰੇ ਕਮਰੇ ਦੇ ਵਿੱਚ ਫੈਲਦਾ ਹੈ। ਉਹ ਪ੍ਰਕਾਸ਼ ਕੁਰਸੀਆਂ 'ਤੇ ਵੀ ਪੈ ਰਿਹਾ ਹੈ, ਟੇਬਲ 'ਤੇ ਵੀ, ਹੋਰ ਫਰਨੀਚਰ 'ਤੇ, ਜੋ ਕੁਛ ਵੀ ਕਮਰੇ ਦੇ ਵਿੱਚ ਪਿਆ ਹੋਇਆ ਹੈ, ਉਹ ਸਾਰੇ 'ਤੇ ਹੀ ਦੀਵੇ ਦਾ ਪ੍ਰਕਾਸ਼ ਫੈਲਦਾ ਹੈ। ਇਵੇਂ ਹੀ ਚੇਤਨਾ ਦਾ ਪ੍ਰਕਾਸ਼ ਫੈਲਦਾ ਹੈ। ਜਦੋਂ ਤੁਸੀਂ ਦੇਖਦੇ ਹੋ ਨਾ ਬੈਠ ਕੇ ਸਾਰੀਆਂ ਚੀਜ਼ਾਂ ਨੂੰ, ਜਿਵੇਂ ਦੀਵੇ ਦਾ ਪ੍ਰਕਾਸ਼ ਫੈਲ ਰਿਹਾ ਹੈ, ਇੱਦਾਂ ਤੁਸੀਂ ਦੇਖਦੇ ਹੋ ਸਾਰੇ ਪਾਸੇ। ਫਿਰ ਦੀਆ ਜਿਹੜਾ ਹੈ ਨਾ, ਉਹ ਸੋਚਦਾ ਨਹੀਂ ਹੈ ਵੀ ਜਿਹੜੀ ਚੀਜ਼ਾਂ ਨੂੰ ਮੈਂ ਪ੍ਰਕਾਸ਼ਿਤ ਕਰ ਰਿਹਾ ਹਾਂ ਉਹ ਮੇਰੀਆਂ ਹਨ ਜਾਂ ਮੈਨੂੰ ਮਿਲ ਜਾਣ। ਦੀਵੇ ਦੀ ਤਾਂ ਕੋਈ ਚਾਹਤ ਨਹੀਂ ਹੈ ਨਾ। ਪਰ ਆਦਮੀ ਜਿਹੜਾ ਹੈ ਨਾ ਵਿੱਚ ਬੈਠਾ ਹੋਇਆ, ਉਹ ਜਦੋਂ ਦੇਖਦਾ ਹੈ, ਪ੍ਰਕਾਸ਼ਿਤ ਹੋ ਰਹੀਆਂ ਹਨ ਚੇਤਨਾ ਦੁਆਰਾ, ਆਤਮਾ ਦੁਆਰਾ, ਪਰਮਾਤਮਾ ਦੁਆਰਾ ਕਹਿ ਲਈਏ ਆਪਾਂ, ਉਹਦੇ ਦੁਆਰਾ ਹੀ ਨਜ਼ਰ ਆ ਰਿਹਾ ਹੈ ਨਾ ਬਾਹਰ। ਤੇ ਜੋ ਬਾਹਰ ਨਜ਼ਰ ਆ ਰਿਹਾ ਹੈ, ਅੱਖਾਂ ਦੁਆਰਾ ਤੁਸੀਂ ਦੇਖਦੇ ਹੋ ਕਿਸੇ ਚੀਜ਼ ਨੂੰ, ਤੁਹਾਨੂੰ ਚੰਗੀ ਲੱਗਦੀ ਹੈ, ਸੋਹਣੀ ਲੱਗਦੀ, ਤੇ ਤੁਹਾਡੀ ਇੱਛਾ ਹੁੰਦੀ ਹੈ ਪਾਉਣ ਦੀ, ਚਾਹਤ ਪੈਦਾ ਹੋ ਜਾਂਦੀ ਹੈ ਵੀ ਇਹ ਮੈਨੂੰ ਵੀ ਮਿਲ ਜਾਵੇ, ਵਾਸ਼ਨਾ ਪੈਦਾ ਹੋਊਗੀ। ਤੇ ਵਾਸ਼ਨਾ ਤੋਂ ਮਨ ਬਣਦਾ ਹੈ। ਮਨ ਦੀ ਪੈਦਾਇਸ਼ ਹੈ ਵਾਸ਼ਨਾ, ਇਹ ਖਿਆਲ ਵਿੱਚ ਰੱਖਿਓ। ਉੱਦਾਂ ਆਪਾਂ ਹਜ਼ਾਰਾਂ ਹੀ ਚੀਜ਼ਾਂ ਦੇਖਦੇ ਹਾਂ। ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਹਨ, ਤੁਰਦੇ ਫਿਰਦੇ ਹਨ, ਬਾਜ਼ਾਰਾਂ 'ਚ ਘੁੰਮਦੇ ਹਨ, ਕਿੰਨੀਆਂ ਵਸਤੂਆਂ ਨਹੀਂ ਦੇਖਦੇ ਤੁਸੀਂ। ਪਰ ਘਰ ਆਣ ਕੇ ਸਾਰੀਆਂ ਯਾਦ ਤੇ ਨਹੀਂ ਰਹਿੰਦੀਆਂ ਹਨ ਤੁਹਾਨੂੰ। ਉਹ ਹੀ ਯਾਦ ਰਹਿ ਜਾਂਦੀਆਂ ਹਨ ਜਿਨ੍ਹਾਂ ਦੀ ਚਾਹਤ ਹੋਵੇ। ਜਾਂ ਜਿਹੜੀਆਂ ਮਿਲੀਆਂ ਨਹੀਂ ਹਨ, ਜਾਂ ਜਿਨ੍ਹਾਂ ਦੀ ਖੋਜ ਹੈ, ਜਾਂ ਜਿਨ੍ਹਾਂ ਦੀ ਜਾਣਕਾਰੀ ਆਪਾਂ ਲੈਣ ਗਏ ਸੀ। ਸਭ ਕੁਛ ਯਾਦ ਤੇ ਨਹੀਂ ਰਹਿੰਦਾ ਹੈ, ਆਪਾਂ ਭੁੱਲ ਜਾਂਦੇ ਹਾਂ। ਫਿਰ ਜਦੋਂ ਅੱਖਾਂ ਦੇਖਦੀਆਂ ਹਨ ਬਾਹਰ, ਕਿਸੇ ਇਸਤਰੀ ਨੂੰ ਦੇਖਿਆ, ਕਿਸੇ ਪੁਰਸ਼ ਨੂੰ ਦੇਖਿਆ, ਕਿਸੇ ਚੰਗੀ ਕਾਰ ਨੂੰ ਦੇਖਿਆ, ਕਿਸੇ ਸੁੰਦਰ ਮਹਿਲ ਨੂੰ ਦੇਖਿਆ, ਤੋ ਦੇਖ ਕੇ
ਵਾਸ਼ਨਾ ਪੈਦਾ ਹੋਈ ਵੀ ਇਹੋ ਜਿਹੀ ਮੇਰੇ ਕੋਲ ਵੀ ਹੋਵੇ। ਵਾਸ਼ਨਾ ਤੇ ਕੀਤੀ ਹੈ ਮਨ ਨੇ, ਸੋਚਿਆ ਹੈ ਮਨ ਨੇ, ਵਾਸ਼ਨਾ ਪੈਦਾ ਹੋਈ ਹੈ ਤੁਹਾਡੇ ਤੋਂ ਵੀ ਇਹ ਮਿਲ ਜੂਗੀ, ਬੜਾ ਸੁੱਖ ਮਿਲੂਗਾ। ਫਿਰ ਆਦਮੀ ਸੋਚਣ ਲੱਗ ਜਾਂਦਾ ਹੈ, ਜੋ ਦੇਖਦਾ ਹੈ ਵੀ ਇਹ ਮਿਲ ਜਾਵੇ ਤੇ ਕਿੰਨਾ ਆਨੰਦ ਨਾ ਆਊਗਾ, ਕਿੰਨਾ ਮਜ਼ਾ ਨਾ ਆਊਗਾ, ਇਹ ਚੀਜ਼ ਤੇ ਮੇਰੇ ਕੋਲ ਹੋਣੀ ਹੀ ਚਾਹੀਦੀ। ਉਹ ਫਿਰ ਚਾਹਤ ਨੂੰ ਪੂਰੀ ਕਰਨ ਵਾਸਤੇ ਬੁੱਧੀ ਵਿਚਾਰ ਕਰਦੀ ਹੈ ਵੀ ਇਹ ਕਿਵੇਂ ਪਾਉਣੀ ਹੈ, ਕਿੱਦਾਂ ਹਾਸਲ ਕਰਨੀ ਹੈ। ਜਾਂ ਤਾਂ ਪੈਸਾ ਕਮਾਉਣਾ ਹੈ, ਪੈਸੇ ਦੁਆਰਾ ਹਾਸਲ ਕਰਨੀ ਹੈ, ਜਾਂ ਹੋਰ ਕੋਈ ਤਰਕੀਬ ਲਾਉਣੀ ਹੈ ਜਿਹਦੇ ਨਾਲ ਇਹ ਚੀਜ਼ ਮੈਨੂੰ ਮਿਲ ਜਾਵੇ। ਫਿਰ ਬੁੱਧੀ ਵਿਚਾਰ ਕਰਦੀ ਰਹਿੰਦੀ ਹੈ, ਸੋਚਦੀ ਰਹਿੰਦੀ ਹੈ। ਫਿਰ ਸੋਚ ਵਿਚਾਰ ਦੁਆਰਾ ਜਿਹੜੀ ਚੀਜ਼ ਦੀ ਤੁਹਾਨੂੰ ਚਾਹਤ ਹੈ ਨਾ, ਉਹ ਚਾਹਤ ਦੀ ਵਾਸ਼ਨਾ ਹੋਰ ਵੱਧਦੀ ਹੈ। ਜਿੰਨਾ ਤੁਸੀਂ ਸੋਚਦੇ ਹੋ ਓਨੀ ਚਾਹਤ ਹੋਰ ਵੱਧਦੀ। ਇਹ ਇਉਂ ਹੀ ਹੁੰਦਾ ਹੈ ਜਿਵੇਂ ਲੱਕੜਾਂ ਦੇ ਉੱਤੇ ਆਪਾਂ ਘੇ ਪਾ ਦਈਏ। ਇਹ ਵਾਸ਼ਨਾ ਹੋਰ ਵੱਧਦੀ, ਤ੍ਰਿਸ਼ਨਾ ਹੋਰ ਵੱਧਦੀ, ਕਾਮਨਾ ਹੋਰ ਵੱਧਦੀ। ਫਿਰ ਜਿੰਨਾ ਸੋਚਦੇ ਹੋ ਨਾ, ਓਨਾ ਹੀ ਮਨ ਦੇ ਅੰਦਰ ਭਾਵ ਗਹਿਰਾ ਹੋ ਜਾਂਦਾ ਹੈ। ਵਿਚਾਰ ਵਿਚਾਰ ਕੇ, ਸੋਚ ਸੋਚ ਕੇ, ਵਿਚਾਰ ਵਿਚਾਰ ਕੇ ਉਹ ਭਾਵ ਜਿਹੜਾ ਗਹਿਰਾ ਹੁੰਦਾ ਹੈ। ਫਿਰ ਉਹ ਚਾਹਤ ਅਗਰ ਨਾ ਪੂਰੀ ਹੋਵੇ, ਜਿਹਨੂੰ ਚਾਹਿਆ ਸੀ ਉਹ ਨਹੀਂ ਮਿਲੀ ਜਾਂ ਨਹੀਂ ਮਿਲਿਆ, ਬਹੁਤ ਕੋਸ਼ਿਸ਼ ਕੀਤੀ ਤਾਂ ਉਹ ਚਾਹਤ ਜਿਹੜੀ ਅਧੂਰੀ ਰਹਿ ਗਈ। ਸੋਚਦਾ ਰਿਹਾ ਬੰਦਾ ਪਰ ਚਾਹਤ ਪੂਰੀ ਨਹੀਂ ਹੋਈ। ਫਿਰ ਉਹ ਜਿਹੜੀ ਚਾਹਤ ਹੈ ਨਾ, ਬਹੁਤ ਗਹਿਰੇ ਅੰਦਰ ਸਮਾ ਜਾਂਦੀ, ਭਾਵ ਗਹਿਰੇ ਸਮਾ ਜਾਂਦਾ ਹੈ। ਤੇ ਜਦੋਂ ਆਦਮੀ ਮਰਦਾ ਹੈ ਨਾ, ਬੁੱਧੀ ਤੇ ਮਰ ਜਾਂਦੀ ਹੈ, ਬੁੱਧੀ ਤੇ ਸਰੀਰ ਦਾ ਹਿੱਸਾ ਹੈ। ਬੁੱਧੀ ਤੇ ਵਿਚਾਰ ਕਰਦੀ ਸੀ ਨਾ, ਇਸ ਕਰਕੇ ਬੁੱਧੀ ਵੀ ਮਰ ਜਾਂਦੀ ਹੈ, ਸਿਮਰਤੀ ਵੀ ਮਰ ਜਾਂਦੀ। ਪਰ ਮਨ ਦੇ ਵਿੱਚ ਜਿਹੜਾ ਭਾਵ ਹੈ ਨਾ, ਪਾਉਣ ਦਾ ਖਿਆਲ, ਉਹਨੂੰ ਹੀ ਵਾਸ਼ਨਾ ਕਹਿੰਦੇ ਹਨ, ਉਹ ਰਹਿ ਜਾਂਦਾ ਹੈ। ਫਿਰ ਉਹ ਵਾਸ਼ਨਾ ਜਿਹੜੀ ਹੈ ਨਾ, ਉਹ ਅਗਲੇ ਜਨਮ 'ਚ ਜਾਂਦੀ ਹੈ। ਵਾਸ਼ਨਾ ਕਰਕੇ ਹੀ ਆਦਮੀ ਸਰੀਰ ਧਾਰਨ ਕਰਦਾ ਹੈ। ਵਾਸ਼ਨਾ ਬੱਧਾ ਆਵੇ ਜਾਏ। ਵਾਸ਼ਨਾ ਹੁੰਦੀ ਹੈ ਮਨ ਦੀ, ਇਹ ਖਿਆਲ ਵਿੱਚ ਰੱਖਿਓ। ਤਦੇ ਵਾਰ-ਵਾਰ ਹੀ ਉਪਦੇਸ਼ ਜਿਹੜਾ ਹੈ ਨਾ, ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੋ ਹੀ ਦਿੱਤਾ ਹੈ, ਵਾਰ-ਵਾਰ ਕਿਹਾ ਹੈ ਵੀ ਵਾਸ਼ਨਾ ਤੋਂ ਮੁਕਤੀ ਕਰਨੀ। ਤੇ ਜਿਹੜਾ ਵੀ ਜਾਣਦਾ ਹੈ ਨਾ, ਉਹ ਇਹੋ ਕਹਿੰਦਾ ਹੈ, ਅਗਰ ਤੁਸੀਂ ਮਨ ਨੂੰ ਮਿਟਾਉਣਾ ਹੈ ਤੇ ਤੁਹਾਨੂੰ ਵਾਸ਼ਨਾਵਾਂ ਛੱਡਣੀਆਂ ਪੈਣਗੀਆਂ, ਨਹੀਂ ਤੇ ਮਨ ਮਿਟੇਗਾ ਨਹੀਂ। ਅਗਰ ਸੰਸਾਰ ਦੀ ਕੋਈ ਵੀ ਵਾਸ਼ਨਾ ਰਹਿ ਗਈ, ਕੋਈ ਚਾਹਤ ਰਹਿ ਗਈ, ਤੇ ਮਨ ਤੁਹਾਡਾ ਜਿੰਦਾ ਰਹੇਗਾ, ਸੋਚਦਾ ਰਹੇਗਾ, ਚੱਲਦਾ ਰਹੇਗਾ। ਫਿਰ ਜਿੰਨਾ ਚਿਰ ਉਹ ਵਾਸ਼ਨਾ ਪੂਰੀ ਨਹੀਂ ਹੁੰਦੀ ਹੈ, ਫਿਰ ਉਹਨਾਂ ਚਿਰ ਚੱਲਦਾ ਰਹਿੰਦਾ ਹੈ। ਪਰ ਪੂਰੀ ਹੋ ਜਾਵੇ, ਉਸ ਤੋਂ ਬਾਅਦ ਫਿਰ ਇੱਕ ਹੋਰ ਵਾਸ਼ਨਾ ਖੜੀ ਹੋ ਜਾਂਦੀ, ਫਿਰ ਹੋਰ ਕੋਈ ਆਕਾਂਸ਼ਾ ਖੜੀ ਹੋ ਜਾਂਦੀ, ਫਿਰ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਆਦਮੀ। ਮਨ ਪੈਦਾ ਹੁੰਦਾ ਹੈ ਕਿਸੇ ਚੀਜ਼ ਨੂੰ ਪਾਉਣ ਦੀ ਵਾਸ਼ਨਾ ਕਰਕੇ। ਤੇ ਜਿਹੜੇ ਪ੍ਰਭੂ ਦੇ ਪਿਆਰੇ ਹਨ,
ਉਹ ਵੀ ਸੰਸਾਰ ਦੇ ਵਿੱਚ ਹੀ ਰਹਿੰਦੇ ਹਨ। ਹੁਣ ਕਬੀਰ ਜੀ ਵੀ ਰਹਿ ਰਹੇ ਹਨ ਸੰਸਾਰ ਦੇ ਵਿੱਚ, ਤੁਸੀਂ ਵੀ ਸੰਸਾਰ ਦੇ ਵਿੱਚ ਰਹਿ ਰਹੇ ਹੋ, ਪਰ ਕਬੀਰ ਜੀ ਦੇ ਅੰਦਰ ਕੋਈ ਵਾਸ਼ਨਾ ਨਹੀਂ ਹੈ। ਵੀ ਮੈਂ ਇਸ ਇਲਾਕੇ ਦਾ ਸੂਬੇਦਾਰ ਬਣ ਜਾਵਾਂ, ਜਾਂ ਮੇਰੇ ਕੋਲ ਚੰਗਾ ਘੋੜਾ ਹੋਵੇ, ਜਾਂ ਚੰਗਾ ਮੇਰੇ ਕੋਲ ਰੱਥ ਹੋਵੇ, ਜਾਂ ਸੁੰਦਰ ਮਹਿਲ ਹੋਣ। ਐਸੀਆਂ ਵਾਸ਼ਨਾਵਾਂ ਨਹੀਂ ਹਨ, ਐਸੀਆਂ ਚਾਹਤਾਂ ਨਹੀਂ ਹਨ। ਜੋ ਹੈ ਸੋ ਸਵੀਕਾਰ ਹੈ। ਸਵੀਕਾਰ ਭਾਵ ਦੇ ਵਿੱਚ ਮਨ ਮਰਦਾ ਹੈ। ਇਸੇ ਕਰਕੇ ਸ਼ੁਰੂਆਤ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਰਜਾ ਦੇ ਵਿੱਚ ਰਾਜੀ ਰਹਿਣ ਦੇ ਨਾਲ ਮਨ ਮਰਦਾ ਹੈ, ਵਾਸ਼ਨਾ ਦੇ ਨਾਲ ਮਨ ਜੀਂਦਾ ਹੈ, ਪ੍ਰਫੁੱਲਿਤ ਹੁੰਦਾ ਹੈ। ਫਿਰ ਜਿਹੜੀ ਵਾਸ਼ਨਾ ਹੈ ਉਹ ਇੱਕ ਨਹੀਂ ਹੈ, ਬਹੁਤ ਵਾਸ਼ਨਾਵਾਂ ਹਨ ਆਦਮੀ। ਪਹਿਲਾਂ ਤੇ ਕੁਆਰਾ ਹੁੰਦਾ ਹੈ, ਉਦੋਂ ਹੁੰਦਾ ਹੈ ਕੋਈ ਕੰਮ ਮਿਲ ਜਾਵੇ, ਧੰਦਾ ਮਿਲ ਜਾਵੇ, ਨੌਕਰੀ ਮਿਲ ਜਾਵੇ, ਜੌਬ ਕੋਈ ਮਿਲੇ, ਜਾਂ ਬਾਹਰ ਜਾਵਾਂ। ਨੌਜਵਾਨ ਵਾਸ਼ਨਾ ਹੁੰਦੀ। ਫਿਰ ਵਾਸ਼ਨਾ ਸੰਸਾਰਿਕ ਲੋਕ ਪੈਦਾ ਵੀ ਕਰਦੇ ਹਨ। ਚਾਰ ਛਪੇਰੇ ਜਿਹੜੇ ਹਨ, ਜਾਂ ਘਰ ਵਾਲੇ ਹਨ, ਬੱਚਿਆਂ ਨੂੰ ਕੀ ਸਮਝਾ ਰਹੇ ਹਨ ਰੋਜ਼ ਹੀ? ਬੱਚਾ ਪੜ੍ਹ ਲਿਖ ਜਾਓ, ਕੁਛ ਬਣ ਜਾਓ, ਨਹੀਂ ਤੇ ਭੁੱਖੇ ਮਰੋਗੇ। ਜਿਹੜੇ ਪੜ੍ਹਦੇ ਲਿਖਦੇ ਨਹੀਂ ਉਹ ਭੁੱਖੇ ਮਰਦੇ? ਮੈਂ ਤਾਂ ਕਦੀ ਐਸਾ ਦੇਖਿਆ ਨਹੀਂ। ਕੁਛ ਕਰੋ, ਬਾਹਰਲੇ ਮੁਲਕਾਂ 'ਚ ਜਾਓ, ਤੇ ਬੱਚਿਆਂ ਦੇ ਅੰਦਰ ਇੰਨੀ ਵਾਸ਼ਨਾ ਭਰੀ ਜਾ ਰਹੀ ਹੈ ਨਾ ਅਜੋਕੇ ਸਮੇਂ ਦੇ ਵਿੱਚ। ਜਿਹੜੀਆਂ ਬਿਮਾਰੀਆਂ ਜਵਾਨੀ ਤੋਂ ਬਾਅਦ ਲੱਗਦੀਆਂ ਸੀ ਨਾ, ਚਿੰਤਾ ਦੀਆਂ, ਪਰੇਸ਼ਾਨੀ ਦੀਆਂ, ਉਹ ਬਿਮਾਰੀਆਂ ਬੱਚਿਆਂ ਨੂੰ ਛੋਟੀ ਉਮਰ 'ਚ ਲੱਗ ਰਹੀਆਂ। ਬੱਚਿਆਂ ਨੂੰ ਬਹੁਤ ਚਿੰਤਾਗ੍ਰਸਤ ਕਰ ਰਹੇ ਹਨ ਲੋਕ। ਦੇਖੋ ਬੱਚੇ ਸੁਸਾਈਡ ਕਰ ਰਹੇ ਹਨ। ਬਹੁਤ ਪਰੇਸ਼ਾਨ ਹਨ ਬੱਚੇ, ਇੰਨੀਆਂ ਵਾਸ਼ਨਾਵਾਂ ਹਨ, ਚਾਹਤਾਂ ਪੈਦਾ ਕਰ ਰਹੇ ਹਨ। ਤੇ ਕੌਣ ਕਰ ਰਹੇ ਹਨ? ਕੋਈ ਦੁਸ਼ਮਣ ਨਹੀਂ ਕਰ ਰਿਹਾ ਹੈ, ਆਪਣੇ ਕਰ ਰਹੇ ਹਨ। ਆਪਣੇ ਹੀ ਸਾਰਿਆਂ ਨੂੰ ਵੱਡੇ ਦੁਸ਼ਮਣ ਸਿੱਧ ਹੁੰਦੇ ਹਨ ਆਦਮੀ ਦੇ। ਹੋਰ ਕੋਈ ਥੋੜ੍ਹੀ ਦੁਸ਼ਮਣ ਹੈ ਤੁਹਾਡਾ, ਤੁਹਾਡੇ ਆਪਣੇ ਹਨ। ਉਸ ਤੋਂ ਬਾਅਦ ਤੁਹਾਡਾ ਮਨ ਹੈ, ਤੇ ਮਨ ਦੇ ਅੰਦਰ ਵਾਸ਼ਨਾ ਪੈਦਾ ਹੁੰਦੀਆਂ ਹਨ, ਚਾਹਤਾਂ ਪੈਦਾ ਹੁੰਦੀਆਂ ਹਨ, ਤੇ ਆਦਮੀ ਸੋਚਣ ਲੱਗ ਜਾਂਦਾ ਹੈ ਉਸ ਚਾਹਤ ਨੂੰ ਪੂਰੀ ਕਰਨ ਵਾਸਤੇ। ਹੁਣ ਫਿਰ ਜਿਹੜਾ ਆਦਮੀ ਦਿਨ ਰਾਤ ਧਨ ਬਾਰੇ ਸੋਚ ਰਿਹਾ, ਪੈਸੇ ਬਾਰੇ ਸੋਚ ਰਿਹਾ, ਕਿਉਂਕਿ ਚਾਹਤਾਂ ਜ਼ਿਆਦਾਤਰ ਪੈਸੇ ਨਾਲ ਪੂਰੀਆਂ ਹੁੰਦੀਆਂ, ਜਾਂ ਕੋਈ ਵਪਾਰ ਕਰਦਾ ਹੈ, ਧੰਦਾ ਕਰਦਾ ਹੈ, ਤੇ ਦਿਨ ਰਾਤ ਵਿਚਾਰ ਚੱਲਦੇ ਹਨ। ਅਜੋਕੇ ਸਮੇਂ 'ਚ ਤੇ ਕੰਪੀਟੀਸ਼ਨ ਵੀ ਬਹੁਤ ਹੈ ਵਪਾਰ ਦੇ ਵਿੱਚ, ਧੰਦੇ ਦੇ ਵਿੱਚ, ਤੇ ਬਹੁਤ ਸੋਚਣਾ ਪੈਂਦਾ। ਕਈ ਅੱਧੀ ਅੱਧੀ ਰਾਤ ਸੀ ਤਾਂ ਵਿਚਾਰ ਕਰਦੇ ਰਹਿੰਦੇ ਕਾਰੋਬਾਰਾਂ ਦਾ। ਤਾਂ ਉਹ ਜਿਹੜਾ ਵਿਚਾਰ ਹੈ ਨਾ, ਉਹ ਵਿਚਾਰ ਕਰਨ ਦੀ ਆਦਤ ਵੀ ਬਣਦੀ ਹੈ। ਇੱਕ ਤੇ ਵਾਸ਼ਨਾ ਪੂਰੀ ਕਰਨ ਵਾਸਤੇ ਵਿਚਾਰ ਹੈ, ਜੋ ਚਾਹਤ ਹੈ ਵੀ ਇੱਦਾਂ ਇੱਦਾਂ ਹੋ ਜਾਵੇ ਨਾ ਫਿਰ ਠੀਕ ਰਹੂਗਾ। ਦੂਸਰਾ ਹੈ ਵਿਚਾਰ ਕਰਨ ਦੀ ਆਦਤ, ਉਹ ਵੀ ਬਣ ਜਾਂਦੀ। ਜਿਵੇਂ ਆ ਪਿੱਛੇ ਕਿਸੇ ਨੇ ਪ੍ਰਸ਼ਨ ਲਿਖਿਆ ਹੋਇਆ ਹੈ ਵੀ ਸਾਰੀ ਦਿਹਾੜੀ ਮਨ ਚੱਲਦਾ ਰਹਿੰਦਾ ਹੈ ਬੇਫਾਲਤੂ ਦੇ ਵਿਚਾਰਾਂ 'ਚ। ਆਦਤ ਬਣ ਗਈ ਨਾ, ਤੇ ਆਦਤ ਬਣ ਜਾਂਦੀ, ਤੇ ਫਿਰ ਚੱਲਦਾ ਹੀ ਰਹਿੰਦਾ ਹੈ। ਤੁਸੀਂ ਬੰਦ ਵੀ ਕਰਨਾ ਚਾਹੋ ਤਾਂ ਵੀ ਬੰਦ ਨਹੀਂ ਹੁੰਦਾ, ਕਿਉਂਕਿ ਚਲਾਇਆ ਹੀ ਇੰਨਾ, ਦਿਨ ਰਾਤ ਚਲਾਇਆ, ਅੱਠੇ ਪਹਿਰ ਚਲਾਇਆ, ਕਦੇ ਰੋਕਿਆ ਹੀ ਨਹੀਂ, ਆਫ ਕੀਤਾ ਹੀ ਨਹੀਂ, ਚੱਲਦਾ ਹੀ ਰਿਹਾ। ਹੁਣ ਰੁਕਦਾ ਨਹੀਂ ਹੈ।
ਤੇ ਮਨ ਚੱਲਦਾ ਹੈ ਵਾਸ਼ਨਾ ਕਰਕੇ, ਮਨ ਚੱਲਦਾ ਹੈ ਚਾਹਤਾਂ ਕਰਕੇ, ਮਨ ਚੱਲਦਾ ਹੈ ਸੰਸਾਰ 'ਚ ਕੁਛ ਪਾਉਣ ਦੀ ਵਾਸ਼ਨਾ ਕਰਕੇ, ਜਾਂ ਕਹਿ ਲਈਏ ਜੀਣ ਦੀ ਵਾਸ਼ਨਾ ਕਰਕੇ ਵੀ ਮਨ ਚੱਲਦਾ। ਕੱਲ੍ਹ ਨੂੰ ਜੀਣਾ ਹੈ ਤੁਸੀਂ ਤਾਂ ਹੀ ਤਾਂ ਮਨ ਚੱਲ ਰਿਹਾ। ਕੱਲ੍ਹ ਬਾਰੇ ਸੋਚ ਰਿਹਾ, ਪਰਸੋਂ ਬਾਰੇ ਸੋਚ ਰਿਹਾ, ਆਉਣ ਵਾਲੇ ਭਵਿੱਖ ਬਾਰੇ ਸੋਚ ਰਿਹਾ, ਆਪਣੇ ਬੱਚਿਆਂ ਬਾਰੇ ਸੋਚ ਰਿਹਾ, ਪਰਿਵਾਰ ਬਾਰੇ ਸੋਚ ਰਿਹਾ। ਸੋਚ ਹੀ ਰਹੇ ਤੁਸੀਂ, ਵਿਚਾਰ ਹੀ ਰਹੇ ਹੋ, ਇਹ ਸਭ ਮਨ ਹੈ। ਅਤੇ ਮਨ ਦੀਆਂ ਵਾਸ਼ਨਾਵਾਂ ਪੂਰੀਆਂ, ਇੱਛਾਵਾਂ ਪੂਰੀਆਂ, ਚਾਹਤਾਂ ਪੂਰੀਆਂ ਕਰਨ ਵਾਸਤੇ ਬੁੱਧੀ ਫਿਰ ਵਿਚਾਰ ਕਰਦੀ ਹੈ। ਫਿਰ ਜਿਹੜੀਆਂ ਵਾਸ਼ਨਾਵਾਂ ਪੂਰੀਆਂ ਹੋ ਜਾਂਦੀਆਂ ਹਨ, ਮਿਲਦਾ ਵੀ ਕੁਛ ਨਹੀਂ। ਹੁਣ ਜਿਹਦੀ ਸ਼ਾਦੀ ਨਹੀਂ ਹੋਈ ਉਹ ਸੋਚਦਾ ਪਤਾ ਨਹੀਂ ਸ਼ਾਦੀ ਕਰਕੇ ਕੀ ਮਿਲੂਗਾ। ਜਿਨ੍ਹਾਂ ਦੀ ਹੋ ਜਾਂਦੀ ਹੈ ਉਹਨਾਂ ਨੂੰ ਕੁਛ ਵੀ ਨਹੀਂ ਮਿਲਦਾ ਹੈ। ਬਾਅਦ 'ਚ ਉਹ ਕਹਿੰਦੇ ਫਸ ਗਏ। ਜਿਹਦੇ ਕੋਲ ਕੋਠੀ ਨਹੀਂ ਹੈ, ਘਰ ਨਹੀਂ ਹੈ, ਉਹ ਸੋਚਦਾ ਹੈ ਕੋਠੀ ਮਿਲ ਕੇ ਪਤਾ ਨਹੀਂ ਕਿੰਨੇ ਕੁ ਸੁੱਖ ਮਿਲ ਜਾਣਗੇ। ਉਹਨੂੰ ਇਹ ਨਹੀਂ ਪਤਾ ਹੈ ਜਿਹੜਾ ਕੋਠੀਆਂ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਤੂੰ ਪੁੱਛ ਜਾ ਕੇ, ਉਹ ਵੀ ਸੁਖੀ ਨਹੀਂ ਹੈ। ਇੱਧਰਲੇ ਨੌਜਵਾਨ ਸੋਚਦੇ ਹਨ ਵਿਦੇਸ਼ਾਂ ਦੇ ਵਿੱਚ ਜਾ ਕੇ ਤੇ ਬੜਾ ਹੀ ਵਧੀਆ ਹੈ, ਬੜੇ ਸੁੱਖ ਮਿਲਣਗੇ। ਐਸਾ ਸੋਚਦੇ ਹਨ ਕਿ ਪਤਾ ਨਹੀਂ ਕੀ ਮਿਲ ਜੂਗਾ। ਪਰ ਉਹਨੂੰ ਇਹ ਨਹੀਂ ਪਤਾ ਹੈ ਵੀ ਉੱਧਰ ਪੁੱਛੇ ਤਾਂ ਸਹੀ ਉਹਨਾਂ ਨੂੰ ਜਿਹੜੇ ਉੱਧਰ ਰਹਿ ਰਹੇ ਕੀ ਮਿਲਿਆ। ਕੁਛ ਵੀ ਨਹੀਂ ਮਿਲਦਾ। ਬੇਚੈਨੀ ਪਰੇਸ਼ਾਨੀ ਵੱਧਦੀ ਹੈ, ਘਟਦੀ ਥੋੜ੍ਹੀ। ਅਤੇ ਆਦਮੀ ਚਾਹਤਾਂ ਕਰਦਾ ਹੈ, ਸੋਚਦਾ ਨਹੀਂ ਹੈ ਵੀ ਜਿਹਦੀ ਪੂਰੀ ਹੋ ਗਈ ਹੈ, ਜਿਹਨੂੰ ਇਹ ਚੀਜ਼ਾਂ ਮਿਲੀਆਂ ਹੋਈਆਂ ਹਨ ਸਾਰੀਆਂ, ਉਹਦੇ ਕੋਲ ਸੁੱਖ ਸ਼ਾਂਤੀ ਹੈ। ਉਹ ਵੀ ਸ਼ਾਂਤ ਨਹੀਂ। ਸਾਹਮਣੇ ਦੇਖ ਹੀ ਰਿਹਾ ਨਾ ਸੰਸਾਰ। ਆਪਾਂ ਗੌਰ ਦੇ ਨਾਲ ਨਹੀਂ ਨਾ ਦੇਖਦੇ, ਆਪਾਂ ਅੱਖਾਂ ਖੋਲ੍ਹ ਕੇ ਨਹੀਂ ਸੰਸਾਰ ਨੂੰ ਦੇਖਦੇ। ਧਿਆਨ ਨਾਲ ਗੌਰ ਦੇ ਨਾਲ ਦੇਖੇ ਨਾ ਤਾਂ ਪਤਾ ਲੱਗਦਾ ਹੈ। ਇੱਥੇ ਵੱਡੇ ਵੱਡੇ ਅਮੀਰ ਵੀ ਜਿਹੜੇ ਹਨ ਨਾ ਉਹ ਵੀ ਪਰੇਸ਼ਾਨ ਹਨ। ਗਰੀਬ ਤਾਂ ਹੋਣਗੇ ਹੀ, ਗਰੀਬੀ ਕਰਕੇ। ਅਮੀਰ ਕਿੱਥੇ ਸੁਖੀ ਹਨ? ਕੋਈ ਵੀ ਸ਼ਾਂਤ ਨਹੀਂ। ਸ਼ਾਂਤੀ ਤੋਂ ਬਿਨਾਂ ਸੁੱਖ ਵੀ ਨਹੀਂ। ਨੱਚ ਭੁੜ ਕੇ ਜਿਹੜਾ ਸੁੱਖ ਮਿਲਦਾ ਉਹ ਸੁੱਖ ਥੋੜ੍ਹੀ ਹੈ। ਉਹ ਤਾਂ ਪਰੇਸ਼ਾਨੀਆਂ ਨੂੰ ਭੁਲਾਉਣ ਦਾ ਇੱਕ ਤਰੀਕਾ ਹੈ। ਅਮੀਰ ਆਦਮੀ ਜੋ ਸ਼ਾਮ ਨੂੰ ਮਹਿਫਲਾਂ ਜਮਾਉਂਦੇ ਹਨ ਨਾ, ਭੰਗੜੇ ਪਾਉਂਦੇ ਹਨ, ਗਾਉਂਦੇ ਹਨ, ਨੱਚਦੇ ਹਨ, ਟੱਪਦੇ ਹਨ, ਹੱਸਦੇ ਹਨ, ਇਹ ਸਿਰਫ ਪਰੇਸ਼ਾਨੀਆਂ ਨੂੰ ਭੁਲਾਉਣ ਦਾ ਇੱਕ ਤਰੀਕਾ ਹੈ, ਮਨੋਰੰਜਨ। ਪਰੇਸ਼ਾਨੀ ਮਿਟਦੀ ਨਹੀਂ ਹੈ, ਭੁੱਲ ਜਾਂਦੀ ਹੈ। ਨਸ਼ਾ ਪੀ ਲਓ ਥੋੜ੍ਹੀ ਦੇਰ ਵਾਸਤੇ ਭੁੱਲ ਗਈ, ਮਨੋਰੰਜਨ ਕਰ ਲਓ ਥੋੜ੍ਹੀ ਦੇਰ ਵਾਸਤੇ ਭੁੱਲ ਜੂ। ਫਿਰ ਉਸ ਤੋਂ ਬਾਅਦ ਫਿਰ ਜ਼ਿਆਦਾ ਪਰੇਸ਼ਾਨੀ ਵੱਧਦੀ ਹੈ। ਪੰਕਤੀਆਂ ਲਿਖੀਆਂ ਨਾ ਕਿਸੇ ਸ਼ਾਇਰ ਨੇ, ਇਤਨਾ ਕਿਉਂ ਮੁਸਕਰਾ ਰਹੇ ਹੋ, ਕਿਆ ਗਮ ਹੈ ਜਿਸੇ ਛੁਪਾ ਰਹੇ। ਆਦਮੀ ਮੁਸਕਰਾਉਂਦਾ ਵੀ ਗਮ ਨੂੰ ਛੁਪਾਉਣ ਵਾਸਤੇ। ਅਤੇ ਅੰਦਰ ਤੇ ਗਮ ਹੈ, ਅੰਦਰ ਤੇ ਪਰੇਸ਼ਾਨੀਆਂ ਹਨ, ਉਹਨਾਂ ਨੂੰ ਭੁਲਾਉਣ ਦਾ ਯਤਨ ਕਰਦਾ ਹੈ ਬਾਹਰ। ਕਿਸੇ ਨਾ ਕਿਸੇ ਢੰਗ ਦੇ ਨਾਲ ਮਨ ਨੂੰ ਉਲਝਾਉਂਦਾ ਹੈ। ਕੋਈ ਫਿਲਮ ਦੇਖ ਲਈ, ਕੁਛ ਗਾਉਣਾ ਵਜਾਉਣਾ ਕਰ ਲਿਆ, ਕੁਛ ਦੇਖ ਲਿਆ ਥੋੜ੍ਹੀ ਦੇਰ ਵਾਸਤੇ। ਧਿਆਨ ਉੱਧਰ ਹੋ ਗਿਆ, ਮਨ ਵੱਲ ਧਿਆਨ ਨਾ ਰਿਹਾ, ਪਰੇਸ਼ਾਨੀਆਂ ਭੁੱਲ ਗਏ। ਪਰ ਮਿਟਦੀਆਂ ਨਹੀਂ ਹਨ। ਅਤੇ ਮਨ ਜਿਹੜਾ ਹੈ ਨਾ ਇਹ ਵਾਸ਼ਨਾ ਦੁਆਰਾ ਪੈਦਾ ਹੁੰਦਾ ਹੈ, ਚਾਹਤ ਦੁਆਰਾ ਪੈਦਾ ਹੁੰਦਾ ਹੈ। ਇਸ ਕਰਕੇ ਇੰਦਰੀਆਂ ਦਾ ਕਸੂਰ ਨਹੀਂ ਹੈ। ਅੱਖਾਂ ਦੇਖਣ ਵਾਸਤੇ ਬਣੀਆਂ ਹੋਈਆਂ ਹਨ, ਅੱਖਾਂ ਦਾ ਕੋਈ ਕਸੂਰ ਨਹੀਂ। ਵਾਸ਼ਨਾ ਮਨ ਕਰਦਾ ਹੈ। ਕੰਨ ਸੁਣਨ ਵਾਸਤੇ ਬਣੇ ਹੋਏ ਹਨ। ਹੁਣ ਕੋਈ ਚੁਗਲੀ ਨਿੰਦਾ ਸੁਣਦਾ ਹੋਵੇ ਤਾਂ ਕੰਨਾਂ ਦਾ ਕਸੂਰ ਥੋੜ੍ਹੀ, ਮਨ ਮਜ਼ਾ ਲੈ ਰਿਹਾ ਹੈ ਅੰਦਰ। ਅਤੇ ਮਨ ਚਾਹਤ ਪੈਦਾ ਕਰਦਾ ਹੈ, ਅਤੇ ਚਾਹਤ ਨੂੰ ਪੂਰੀ ਕਰਨ ਵਾਸਤੇ
ਬੁੱਧੀ ਵਿਚਾਰ ਕਰਦੀ, ਸੋਚਦੀ, ਫਿਰ ਆਦਮੀ ਸੰਘਰਸ਼ ਕਰਦਾ ਹੈ। ਅਗਰ ਚਾਹਤ ਨਾ ਪੂਰੀ ਹੋਵੇ ਤੇ ਸਾਰੀਆਂ ਚਾਹਤਾਂ ਪੂਰੀਆਂ ਹੁੰਦੀਆਂ ਵੀ ਨਹੀਂ, ਇਹ ਵੀ ਖਿਆਲ ਵਿੱਚ ਰੱਖਿਓ। ਮਰਨ ਵੇਲੇ ਬਹੁਤ ਸਾਰੀਆਂ ਚਾਹਤਾਂ ਅਧੂਰੀਆਂ ਰਹਿ ਜਾਂਦੀਆਂ ਹਰ ਇੱਕ ਦੀਆਂ। ਤਾਂ ਉਹ ਚਾਹਤਾਂ ਨੂੰ ਪੂਰੀਆਂ ਕਰਨ ਵਾਸਤੇ ਉਹ ਫੇਰ ਆਉਂਦਾ ਹੈ, ਕਿਉਂਕਿ ਉਹ ਚਾਹਤ ਰਹਿ ਗਈ, ਉਹ ਵਾਸ਼ਨਾ ਰਹਿ ਗਈ। ਇਵੇਂ ਕਹਿੰਦੇ ਹਨ ਨਾ ਕ੍ਰਿਸ਼ਨ ਅਰਜਨ ਨੂੰ, ਵੀ ਜਿਵੇਂ ਹਵਾ ਜਿਹੜੀ ਹੈ ਨਾ, ਗੰਦਗੀ ਵਾਲੀ ਹਵਾ ਨੂੰ ਵੀ ਨਾਲ ਉਡਾ ਕੇ ਲੈ ਜਾਂਦੀ ਹੈ, ਦੁਰਗੰਧ ਨੂੰ ਵੀ ਨਾਲ ਉਡਾ ਕੇ ਲੈ ਜਾਂਦੀ ਹੈ ਨਾ। ਇੱਦਾਂ ਹੀ ਵਾਸ਼ਨਾ ਜਿਹੜੀ ਹੈ ਨਾ, ਉਹ ਵੀ ਨਾਲ ਹੀ ਚਲੇ ਜਾਂਦੀ ਹੈ ਆਦਮੀ ਦੀ ਚੇਤਨਾ ਦੇ, ਤੇ ਦੂਸਰਾ ਸਰੀਰ ਲੱਭਣਾ ਸ਼ੁਰੂ ਕਰ ਦਿੰਦਾ ਹੈ ਆਦਮੀ। ਜਿਹਦੇ ਅੰਦਰ ਜਿੰਨੀ ਜ਼ਿਆਦਾ ਵਾਸ਼ਨਾ ਹੁੰਦੀ ਹੈ ਨਾ, ਓਨਾ ਹੀ ਉਹਨੂੰ ਛੇਤੀ ਸਰੀਰ ਮਿਲਦਾ ਹੈ। ਹੁਣ ਜਿਹਦੀ ਭੋਗਣ ਦੀ ਵਾਸ਼ਨਾ ਹੈ ਤਾਂ ਉਹਨੂੰ ਹੁੰਦਾ ਹੈ ਫਟਾਫਟ ਮੈਨੂੰ ਛੇਤੀ ਸਰੀਰ ਮਿਲੇ। ਉਹ ਵਾਸ਼ਨਾ ਕਰਕੇ ਬਹੁਤ ਛੇਤੀ ਭੱਜਦਾ ਹੈ, ਦੌੜਦਾ ਹੈ, ਤੇ ਵਾਸ਼ਨਾ ਕਰਕੇ ਹੀ ਉਹਨੂੰ ਸਰੀਰ ਮਿਲਦਾ ਹੈ। ਅਗਰ ਵਾਸ਼ਨਾ ਹੋਵੇ ਹੀ ਨਾ ਤੇ ਫਿਰ ਸਰੀਰ ਨਹੀਂ ਮਿਲੇਗਾ, ਕਿਉਂਕਿ ਮਨ ਨਹੀਂ ਹੈ। ਫਿਰ ਖਿਆਲ ਵਿੱਚ ਰੱਖਿਓ, ਅਗਰ ਵਾਸ਼ਨਾ ਕੋਈ ਵੀ ਨਹੀਂ ਹੈ, ਕੋਈ ਚਾਹਤ ਨਹੀਂ ਹੈ, ਨਾ ਜੀਣ ਦੀ ਨਾ ਹੋਣ ਦੀ, ਬਸ ਟੋਟਲ ਸਮਗਰ ਸਵੀਕਾਰ ਹੈ, ਤੇ ਫਿਰ ਮਨ ਨਹੀਂ ਹੋਵੇਗਾ। ਫਿਰ ਵਾਸ਼ਨਾ ਭਵਿੱਖ ਪੈਦਾ ਕਰਦੀ ਹੈ, ਇਹ ਵੀ ਖਿਆਲ ਵਿੱਚ ਰੱਖਿਓ। ਜਦੋਂ ਵਾਸ਼ਨਾ ਉੱਠੂਗੀ ਤੇ ਆਦਮੀ ਦਾ ਧਿਆਨ ਭਵਿੱਖ ਚਲੇ ਜਾਏਗਾ, ਕਿਉਂਕਿ ਵਾਸ਼ਨਾ ਭਵਿੱਖ ਦੇ ਵਿੱਚ ਹੀ ਪੂਰੀ ਹੋਣੀ ਹੈ। ਤੇ ਜਿਹਦੇ ਕੋਲ ਵਾਸ਼ਨਾ ਨਹੀਂ ਹੈ, ਉਹ ਵਰਤਮਾਨ 'ਚ ਜੀਂਦਾ ਹੈ, ਉਹ ਭਵਿੱਖ 'ਚ ਜਾਂਦਾ ਹੀ ਨਹੀਂ। ਤੇ ਪਿਛਲਾ ਤੋਂ ਜੋ ਲੰਘ ਗਿਆ ਸੋ ਲੰਘ ਗਿਆ, ਉਹਦੇ ਬਾਰੇ ਕੀ ਸੋਚਣਾ। ਨਿਰਵਾਸ਼ਨਾ ਹੈ ਨਾ ਜੋ, ਉਹ ਵਰਤਮਾਨ 'ਚ ਜੀਂਦਾ ਹੈ, ਉਹ ਅੱਜ 'ਚ ਜੀਂਦਾ ਹੈ, ਉਹ ਹੁਣ ਜੀਂਦਾ ਹੈ, ਉਹ ਪਲ 'ਚ ਜੀਂਦਾ ਹੈ। ਤੇ ਜਿਹੜਾ ਪਲ 'ਚ ਜੀਂਦਾ ਹੈ ਨਾ, ਉਹ ਹੀ ਆਨੰਦਿਤ ਹੈ। ਫਿਰ ਉਹਦੇ ਕੋਲ ਮਨ ਨਹੀਂ ਹੈ। ਜੋ ਕੱਲ੍ਹ 'ਚ ਜੀਂਦਾ ਹੈ ਉਹ ਮਨ 'ਚ ਜੀ ਰਿਹਾ ਹੈ। ਤੇ ਜਿਹਦਾ ਮਨ ਤੋਂ ਛੁਟਕਾਰਾ ਹੋ ਜਾਂਦਾ ਹੈ ਨਾ, ਵਾਸ਼ਨਾ ਤੋਂ ਛੁਟਕਾਰਾ ਹੋ ਗਿਆ ਤੇ ਮਨ ਤੋਂ ਛੁਟਕਾਰਾ ਹੋ ਗਿਆ, ਚਾਹਤ ਤੋਂ ਛੁਟਕਾਰਾ ਹੋ ਗਿਆ ਤੇ ਮਨ ਕੁਛ ਪਾਉਣਾ ਹੀ ਨਹੀਂ ਹੈ। ਤੇ ਬਸ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ।